ਖਾਸ ਖਬਰ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਆ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ। ਅੰਮ੍ਰਿਤਪਾਲ ਵਾਲਾ ਮੁੱਦਾ ਹੁਣ ਵਾਕਿਆ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਕਾਫੀ ਗੰਭੀਰ ਵਿਸ਼ਾ ਬਣਿਆ ਹੋਇਆ ਆ। ਇੱਕ ਪਾਸੇ ਪੰਜਾਬ ਦੀ ਸ਼ਾਖ ਨੂੰ ਜਿਹੜਾ ਖੋਰਾ ਲੱਗ ਰਿਹਾ ਆ ਉਹ ਵੀ ਚਿੰਤਾ ਦਾ ਵਿਸ਼ਾ ਹੈ, ਤੇ ਦੂਸਰੇ ਪਾਸੇ ਰਾਹੁਲ ਗਾਂਧੀ ਨੂੰ ਮਾਣਹਾਨੀ ਕੇਸ ਵਿੱਚ ਜਿਹੜੀ ਸਜ਼ਾ ਦਿੱਤੀ ਗਈ ਆ ਉਸ ਦੇ ਬਾਰੇ ਹੁਣ ਜਿਹੜੇ ਇਹ ਮਾਣਹਾਨੀ ਕੇਸ ਆ ਇਹਨਾਂ ਨੂੰ ਘੋਖਣ ਦੀ ਲੋੜ ਆ ਕਿ ਸਜ਼ਾ ਦੇਣਾ ਕਿੰਨਾ ਕੁ ਜਾਇਜ਼ ਆ। ਜਿਸ ਤਰੀਕੇ ਨਾਲ ਅੱਜ ਹਾਲਾਤ ਬਣੇ ਹੋਏ ਆ ਤੇ ਕਾਂਗਰਸ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ। ਪਹਿਲੀ ਖਬਰ ਵਾਲੇ ਪਾਸੇ ਆਉਣੇ ਆ। ਅੰਮ੍ਰਿਤਪਾਲ ਸਿੰਘ ਦਾ ਮੁੱਦਾ ਅੱਜ ਪੂਰੇ ਦੇਸ਼ ਦੁਨੀਆ ਦੇ ਵਿੱਚ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ। ਅੱਜ ਦੀ ਜੋ ਖਬਰ ਸੀ ਉਹ ਇਹੀ ਸੀ ਕਿ ਹਾਈ ਕੋਰਟ ਜਿਹੜੀ ਹੈ ਉਸ ਨੂੰ ਪੰਜਾਬ ਸਰਕਾਰ ਨੇ ਦੱਸਿਆ, ਹਾਲਾਂਕਿ ਇਸ ਬਾਰੇ ਇੱਕ ਪਟੀਸ਼ਨ ਜਿਹੜੀ ਆ ਉਹ ਪਾਈ ਗਈ ਸੀ ਕਿ ਅੰਮ੍ਰਿਤਪਾਲ ਸਿੰਘ ਹੈ ਕਿੱਥੇ। ਅੰਮ੍ਰਿਤਪਾਲ ਸਿੰਘ ਦੇ ਬਾਰੇ ਇੱਕ ਪਚਲਾਵੇ ਵਾਲੀ ਸਥਿਤੀ ਸੀਗੀ, ਭੰਬਲਪੂ ਸਾਹਿਬ ਬਣਿਆ ਹੋਇਆ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਫਿਰ ਅੰਮ੍ਰਿਤਪਾਲ ਸਿੰਘ ਫਰਾਰ ਹੈ। ਵਾਕਈ ਇੱਦਾਂ ਦੀ ਦੁਚਿੱਤੀ ਵਾਲੀ ਸਥਿਤੀ ਸੀ। ਤੇ ਇੱਕ ਚਿੱਠੀ ਜਿਹੜੀ ਹੈ, ਇੱਕ ਪੋਸਟ ਜਿਹੜੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ, ਜਿਸ ਦੇ ਵਿੱਚ ਇਹ ਵੀ ਚਰਚਾ ਸੀ ਕਿ ਕੋਈ ਇਹ ਕਹਿ ਰਿਹਾ ਸੀ ਕਿ ਮੈਂ ਜੋ ਆ ਉਸ ਦਿਨ ਜਿਸ ਦਿਨ ਇਹ ਕਾਂਡ 18 ਮਾਰਚ ਨੂੰ ਹੁੰਦਾ ਆ ਉਸ ਦਿਨ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਮੈਂ ਇਸ ਬਾਰੇ ਦੱਸੂਗਾ। ਹਾਲਾਂਕਿ ਇੱਥੇ ਗੱਲ ਕਰ ਲਈ ਜਾਵੇ ਕਿ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਸੀਗੀ ਇਸ ਗੱਲ ਨੂੰ, ਜਿਵੇਂ ਕਿ ਸੋਸ਼ਲ ਮੀਡੀਆ ਉੱਤੇ ਅਕਸਰ ਅਫਵਾਹਾਂ ਫੈਲਦੀਆਂ ਨੇ, ਉਹ ਅਫਵਾਹ ਵਾਂਗੂ ਹੀ ਇੱਕ ਪੋਸਟ ਵਾਇਰਲ ਹੋਈ ਸੀ ਨਿਸਬਤ ਇਸ ਤੇ ਕਿ ਅੰਮ੍ਰਿਤਪਾਲ ਸਿੰਘ ਵਾਸਤੇ ਵੱਖ-ਵੱਖ ਕਿਆਸ ਰਾਈਆਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ। ਤਾਂ ਇੱਥੇ ਪਟੀਸ਼ਨ ਜਿਹੜੀ ਸੀ ਉਹਦੇ ਮੁਤਾਬਕ ਅੰਮ੍ਰਿਤਪਾਲ ਸਿੰਘ ਬਾਰੇ ਪੁੱਛਿਆ ਗਿਆ ਸੀ ਕਿ ਜੇ ਸਰਕਾਰ ਨੇ ਗ੍ਰਿਫਤਾਰ ਕੀਤਾ ਆ ਤਾਂ ਵੀ ਦੱਸ ਦਿੱਤਾ ਜਾਵੇ, ਨਹੀਂ ਗ੍ਰਿਫਤਾਰ ਕੀਤਾ ਜਾਂ ਕੀ ਗਤੀਵਿਧੀਆਂ ਹੁਣ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹੋ ਰਹੀਆਂ ਨੇ ਉਸ ਬਾਰੇ ਦੱਸਿਆ ਜਾਵੇ। ਤਾਂ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਕਿਹਾ ਆ ਕਿ ਪੁਲਿਸ ਨੇ ਵੱਖਵਾਦੀ ਨੇਤਾ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਬਾਰੇ ਖੁਲਾਸਾ ਕੀਤਾ ਆ ਕਿ ਅਸੀਂ ਉਹਦੇ ਕਰੀਬ ਤਰੀਨ ਆ। ਸਰਕਾਰ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਜਿਹੜਾ ਆ ਉਹ ਵਾਕਿਆ ਹੀ ਪੁਲਿਸ ਹਿਰਾਸਤ ਵਿੱਚ ਨਹੀਂ ਹੈ। ਇਸ ਤੋਂ ਬਾਅਦ ਅਦਾਲਤ ਨੇ ਸਰਕਾਰ ਨੂੰ ਇਸ ਸੰਬੰਧੀ ਹਲਫਨਾਮਾ ਦਾਇਰ ਕਰਨ ਦੇ ਆਦੇਸ਼ ਦਿੱਤੇ ਨੇ ਅਤੇ ਇਸ ਤੋਂ ਇਲਾਵਾ ਪਟੀਸ਼ਨਰ ਦੇ ਵਕੀਲ ਨੂੰ ਵੀ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਹਿਰਾਸਤ ਵਿੱਚ ਹੋਣ ਦੇ ਸਬੂਤ ਪੇਸ਼ ਕਰਨ ਦੇ ਆਦੇਸ਼ ਦਿੱਤੇ ਨੇ। ਇਹ ਹੁਣ ਅਗਲੀ ਸੁਣਵਾਈ ਤੋਂ ਬਾਅਦ ਕਲੀਅਰ ਹੋਊਗਾ ਮਾਮਲਾ ਕਿ ਆਖਰ ਅੰਮ੍ਰਿਤਪਾਲ ਸਿੰਘ ਕਿੱਥੇ ਆ। ਤਾਂ ਇੱਥੇ ਹੁਣ ਕਾਫੀ ਜਿਹੜੀ ਆ ਚਰਚਾ ਹੋ ਰਹੀ ਆ ਪੂਰੇ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ। ਇੱਥੇ ਇੱਕ ਗੱਲ ਕਰਦੇ ਹਾਂ, ਚੰਡੀਗੜ੍ਹ ਤੋਂ ਛਪਦੇ ਇੱਕ ਪੰਜਾਬੀ ਅਖਬਾਰ ਦੀ ਸੰਪਾਦਕੀ ਇਸ ਬਾਰੇ ਕੀ ਕਹਿੰਦੀ ਹੈ। ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਪਿਛਲੇ 10 ਦਿਨਾਂ ਤੋਂ ਦੌੜ ਰਹੇ ਆ। ਪੰਜਾਬ ਪੁਲਿਸ ਹਰ ਵਕਤ ਉਹਨਾਂ ਤੋਂ 2 ਕਦਮ ਪਿੱਛੇ ਰਹਿ ਗਏ ਦਿਸਦੇ ਨੇ। ਜਿੱਥੇ ਕਿੱਥੇ ਇਹ ਦੋਵੇਂ ਜਾ ਰਹੇ ਨੇ ਆਪਣੇ ਪਿੱਛੇ ਇਹਨਾਂ ਨੂੰ ਪਨਾਹ ਦੇਣ ਵਾਲਿਆਂ ਵਾਸਤੇ ਮੁਸੀਬਤਾਂ ਛੱਡ ਕੇ ਜਾ ਰਹੇ ਨੇ। ਅੱਛਾ, ਅੰਮ੍ਰਿਤਪਾਲ ਸਿੰਘ ਦੀ ਇੱਕ ਐਨਕਾਂ ਲੱਗੀ ਹੋਈ ਫੋਟੋ ਨਜ਼ਰ ਆਈ ਹੈ, ਨਾਲ ਪਪਲਪ੍ਰੀਤ ਸਿੰਘ ਹੈ, ਉਹਦੇ ਹੱਥ ਵਿੱਚ ਜਿਹੜੀ ਹੈ ਇੱਕ ਕੋਲਡ ਡਰਿੰਕ ਫੜੀ ਹੋਈ ਆ। ਕਾਫੀ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜੀ ਫੋਟੋ ਆ ਉਹ ਨਜ਼ਰ ਆਈ ਹੈ। ਤਾਂ ਜਿੱਥੇ ਜਿੱਥੇ ਇਹ ਦੋਵੇਂ ਜਾ ਰਹੇ ਨੇ ਆਪਣੇ ਪਿੱਛੇ ਇਹਨਾਂ ਨੂੰ ਪਨਾਹ ਦੇਣ ਵਾਲਿਆਂ ਵਾਸਤੇ ਮੁਸੀਬਤਾਂ ਛੱਡ ਰਹੇ ਨੇ, ਜਿਵੇਂ ਕਿ ਸਾਰੇ ਪਾਸੇ ਹੋਇਆ। ਜਿੱਥੇ ਵੀ ਉਹ ਰੁਕੇ ਨੇ ਉਸੇ ਨੂੰ ਹੀ ਜਾ ਕੇ ਪੁਲਿਸ ਨੇ ਅਰੈਸਟ ਕੀਤਾ ਆ। ਅੰਮ੍ਰਿਤਪਾਲ ਸਿੰਘ ਦੇ ਪਿਤਾ ਵਾਰ-ਵਾਰ ਉਸ ਨੂੰ ਆਤਮ ਸਮਰਪਣ ਕਰਨ ਲਈ ਆਖ ਰਹੇ ਨੇ, ਪਰ ਇਸ ਜੋੜੀ ਤੇ ਕੋਈ ਅਸਰ ਨਹੀਂ ਹੋ ਰਿਹਾ। ਇਹ ਦੋਵੇਂ ਜੇ ਰੁਕ ਕੇ ਗ੍ਰਿਫਤਾਰੀ ਦੇ ਦਿੰਦੇ ਤਾਂ ਇਹਨਾਂ ਦਾ ਰੁਤਬਾ ਕੁਝ ਹੋਰ ਹੀ ਹੋਣਾ ਸੀ, ਪਰ ਇਹਨਾਂ ਦਾ ਇਸ ਤਰ੍ਹਾਂ ਭੇਸ ਬਦਲ ਕੇ ਦੌੜਨਾ ਕੁਝ ਹੋਰ ਹੀ ਸੰਕੇਤ ਦੇ ਰਿਹਾ ਆ। ਹੁਣ ਇਹਨਾਂ ਦੇ ਪਰਿਵਾਰਾਂ ਦੀ ਗੱਲ ਤੋਂ ਜਾਪਦਾ ਆ ਕਿ ਉਹ ਲੋਕ ਸ਼ਾਇਦ ਪਰਿਵਾਰ ਤੋਂ ਵੀ ਛੁਪਾ ਕੇ ਰੱਖ ਰਹੇ ਨੇ। ਪਾਠ ਦੂਸਰਾ, ਇਹਨਾਂ ਦੇ ਪਰਿਵਾਰਾਂ ਦੀਆਂ ਗੱਲਾਂ ਤੋਂ ਜਾਪਦਾ ਆ ਕਿ ਉਹ ਲੋਕ ਸ਼ਾਇਦ ਪਰਿਵਾਰ ਤੋਂ ਵੀ ਛੁਪਾ ਕੇ ਰੱਖ ਰਹੇ ਨੇ ਕਿ ਆਖਰ ਇਹ ਕਰ ਕੀ ਰਹੇ ਨੇ, ਜਿਸ ਕਾਰਨ ਇਹ ਲੁਕਦੇ ਛਿਪਦੇ ਫਿਰ ਰਹੇ ਨੇ। ਇਹਨਾਂ ਦੇ ਦੌੜਨ ਨਾਲ ਸਭ ਤੋਂ ਵੱਡਾ ਨੁਕਸਾਨ ਇਹਨਾਂ ਦੇ ਸਮਰਥਕਾਂ ਦਾ ਹੀ ਹੋ ਰਿਹਾ ਹੈ, ਕਿਉਂਕਿ ਉਹ ਤਾਂ ਪੁਲਿਸ ਦੇ ਹੱਥ ਬੜੇ ਆਰਾਮ ਨਾਲ ਆ ਰਹੇ ਨੇ। ਪੰਜਾਬ ਸਰਕਾਰ ਨੇ ਭਾਵੇਂ 660 ਫੜੇ ਗਏ ਨੌਜਵਾਨਾਂ ਦੇ ਵਿੱਚੋਂ 197 ਜਣੇ ਜਿਹੜੇ ਆ ਉਹ ਛੱਡ ਦਿੱਤੇ ਗਏ ਨੇ। ਆਮ ਲੋਕਾਂ ਵਿੱਚ ਬਾਕੀ ਨੌਜਵਾਨਾਂ ਵਾਸਤੇ ਚਿੰਤਾਵਾਂ ਵਧੀਆਂ ਨੇ।
ਵਿਦੇਸ਼ਾਂ ਵਿੱਚ ਬੈਠੇ ਸਿੱਖ ਵੀ ਕਰੋਧ ਵਿੱਚ ਭਾਰਤ ਸਰਕਾਰ ਦੀਆਂ ਅੰਬੈਸੀਆਂ ਦੇ ਉੱਤੇ ਹਮਲੇ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਆ ਕਿ ਇਹ KPS ਗਿੱਲ ਦਾ ਆਪਰੇਸ਼ਨ ਬਲੈਕ ਥੰਡਰ ਦੁਬਾਰਾ ਤੋਂ ਚਲਾਇਆ ਜਾ ਰਿਹਾ ਹੈ। ਜ਼ਾਹਿਰ ਹੈ ਨਿਸ਼ਾਨੇ ਇੱਧਰ ਉੱਧਰ ਜਿਹੜੇ ਆ ਉਹ ਹੁੰਦੇ ਨਜ਼ਰ ਆਉਂਦੇ ਆ। ਅਫਸੋਸ ਹੈ ਕਿ ਸੋਸ਼ਲ ਮੀਡੀਆ ਤੇ ਰਾਸ਼ਟਰੀ ਮੀਡੀਆ ਦੀਆਂ ਖਬਰਾਂ ਲੋਕਾਂ ਦੇ ਡਰ ਨੂੰ ਸ਼ਾਂਤ ਕਰਨ ਵਾਲੀਆਂ ਨਹੀਂ ਹੁੰਦੀਆਂ। ਕਿਤੇ ਪੰਜਾਬ ਵਿੱਚ ਸਥਿਤੀ ਨੂੰ ਖਤਰਨਾਕ ਇੰਨਾ ਵਿਖਾਇਆ ਜਾਂਦਾ ਆ ਤੇ ਕਿਤੇ ਸਰਕਾਰ ਦੇ ਮਨਸੂਬਿਆਂ ਦੀਆਂ ਡੂੰਘੀਆਂ ਜਿਹੜੀਆਂ ਆ ਉਹ ਚਾਲਾਂ ਦੱਸਿਆ ਜਾ ਰਿਹਾ। ਇਸੇ ਸਥਿਤੀ ਵਿੱਚੋਂ ਭਾਵੇਂ ਸਰਕਾਰ ਵਾਰ-ਵਾਰ ਇਹ ਗੱਲ ਕਹਿ ਰਹੀ ਹੈ ਕਿ ਕਿਸੇ ਨੌਜਵਾਨ ਨਾਲ ਗਲਤ ਨਹੀਂ ਹੋਵੇਗਾ, ਸਰਕਾਰ ਨੂੰ 2 ਕਦਮ ਅੱਗੇ ਹੋ ਕੇ ਚੱਲਣ ਦੀ ਲੋੜ ਹੈ। ਹੁਣ ਜਿਵੇਂ ਕਿ ਇੱਥੇ ਗੱਲ ਕਰ ਲੈਂਦੇ ਆ ਕਿ 2 ਦਿਨ ਪਹਿਲਾਂ ਅਮਨਦੀਪ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਉਸ ਦਾ ਬਿਆਨ ਸੀ ਕਿ ਪੁਲਿਸ ਵੱਲੋਂ ਜੋ ਜਾਰੀ ਕੀਤਾ ਗਿਆ ਆ ਕਿ ਉਹ 2 ਮਹੀਨੇ ਪਹਿਲਾਂ ਹੀ ਇਸ ਜਥੇਬੰਦੀ ਯਾਨੀ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਿੱਚ ਆਇਆ ਸੀ, ਕਿਉਂਕਿ ਉਹ ਨਸ਼ੇ ਕਰਦਾ ਸੀ, ਨਸ਼ਾ ਛੱਡਣਾ ਚਾਹੁੰਦਾ ਸੀ। ਪਰ ਜਦੋਂ ਫੜਿਆ ਗਿਆ ਤੇ ਉਸ ਦੇ ਹੱਥ ਦੇ ਵਿੱਚ ਬੰਦੂਕ, ਗਲੇ ਵਿੱਚ ਗੋਲੀਆਂ ਦਾ ਪਟਾ ਸੀ ਤੇ ਤਕਰੀਬਨ ਸਾਰੇ ਮੁੰਡੇ ਤੇ ਇਸ ਜਥੇਬੰਦੀ ਦੀ ਫੌਜ ਸਨ, ਉਹ ਨਸ਼ੇ ਦੀ ਆਦਤ ਛੱਡਣ ਵਾਸਤੇ ਸ਼ਾਮਲ ਹੋਏ ਸਨ। ਆਖਰ ਹਥਿਆਰਾਂ ਦਾ ਕੀ ਕੰਮ ਸੀਗਾ? ਇੱਥੇ ਸਵਾਲ ਇਹ ਵੀ ਖੜਾ ਹੁੰਦਾ ਜੋ ਇਸ ਸੰਪਾਦਕੀ ਦੇ ਵਿੱਚ ਚੁੱਕਿਆ ਗਿਆ ਆ। ਇੱਥੇ ਹੀ ਸੰਪਾਦਕੀ ਵਿੱਚ ਜੋ ਆ ਇਹ ਵੀ ਚਰਚਾ ਹੋਈ ਹੈ ਕਿ ਪੰਜਾਬ ਨੂੰ ਦੂਜਾ ਕਸ਼ਮੀਰ ਬਣਾਉਣਾ ਚਾਹੁਣ ਵਾਲੇ ਸਾਡੀਆਂ ਨਲਾਇਕੀਆਂ ਕਾਰਨ ਕਿਤੇ ਕਾਮਯਾਬ ਨਾ ਹੋ ਜਾਣ। ਇਹ ਸਵਾਲ ਖੜਾ ਹੁੰਦਾ ਆ। ਪੰਜਾਬ ਵਿੱਚ ਇੱਕ ਗਹਿਰਾ ਸਨਾਟਾ ਛਾਇਆ ਹੋਇਆ, ਜਿਸ ਵਿੱਚ ਕੇਂਦਰੀ ਸੁਰੱਖਿਆ ਬਲਾਂ ਤੇ ਪੰਜਾਬ ਪੁਲਿਸ ਦੀ ਦਗੜ ਦੀ ਆਵਾਜ਼ ਗੂੰਜਦੀ ਹੋਣ ਦੇ ਬਾਵਜੂਦ ਸਨਾਟਾ ਨਹੀਂ ਟੁੱਟ ਰਿਹਾ। ਪੰਜਾਬ ਸਦਮੇ ਵਿੱਚ ਹੈ। ਸਦਮਾ ਵੀ ਤਾਂ ਹੋਣਾ ਚਾਹੀਦਾ ਹੈ ਨਾ ਕਿ ਪੰਜਾਬ ਨੇ ਇੱਕ ਆਪਣੀ ਸ਼ਾਖ ਆ ਉਹ ਬਣਾਈ ਹੋਈ ਸੀ। ਕਿਸਾਨ ਅੰਦੋਲਨ 'ਚ ਸ਼ਾਖ ਜਿਹੜੀ ਸੀਗੀ ਉਹ ਪੂਰੀ ਦੁਨੀਆ ਸਾਹਮਣੇ ਛਾ ਗਈ ਸੀ, ਪਰ ਇਸ ਸ਼ਾਖ ਨੂੰ ਕੁਝ ਕੇਂਦਰੀ ਮੀਡੀਆ ਦੀਆਂ ਕਰਤੂਤਾਂ ਦੀ ਵਜ੍ਹਾ ਕਰਕੇ, ਕੁਝ ਝੂਠੀਆਂ ਅਫਵਾਹਾਂ ਦੀ ਵਜ੍ਹਾ ਕਰਕੇ, ਕੁਝ ਪ੍ਰਾਪੇਗੰਡਿਆਂ ਦੀ ਵਜ੍ਹਾ ਕਰਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਕਰਕੇ ਕਿ ਪੰਜਾਬ ਸਦਮੇ ਵਿੱਚ ਹੈ, ਜਿੱਥੇ ਉਹ ਮੁੜ ਤੋਂ ਆਪਣੇ ਨੌਜਵਾਨਾਂ ਨੂੰ ਸਰਕਾਰ ਦੇ ਨਿਸ਼ਾਨੇ ਤੇ ਵੇਖ ਰਿਹਾ ਆ। ਇਸ ਗੱਲ ਨੂੰ ਲੈ ਕੇ ਪੰਜਾਬ ਤੇ ਸਾਰਾ ਦੇਸ਼ ਸਵਾਲ ਚੁੱਕ ਰਿਹਾ ਹੈ। ਜਿਹੜਾ ਸੂਬਾ ਅਜੇ 2 ਸਾਲ ਪਹਿਲਾਂ ਹੀ ਕਿਸਾਨਾਂ ਦੇ ਹੱਕ ਸੱਚ ਦੀ ਲੜਾਈ ਦੀ ਅਗਵਾਈ ਕਰ ਰਿਹਾ ਸੀ, ਉਹ ਅੱਜ ਰਾਸ਼ਟਰ ਦੀ ਸੁਰੱਖਿਆ ਲਈ ਖਤਰਾ ਕਿਉਂ ਦੱਸਿਆ ਜਾ ਰਿਹਾ ਹੈ ਵੀ ਸਵਾਲ ਖੜੇ ਹੋ ਰਹੇ ਨੇ। ਹੁਣ ਪੰਜਾਬ ਛੱਡੋ, ਹੁਣ ਸਾਰੇ ਦੇਸ਼ ਵਿੱਚ ਅੰਮ੍ਰਿਤਪਾਲ ਨੂੰ ਫੜਨ ਦੀ ਗੱਲ ਹੋ ਰਹੀ ਹੈ। ਜਿਹੜਾ ਮੁੰਡਾ ਸਾਰੇ ਨੌਜਵਾਨਾਂ ਨੂੰ ਸੀਸ ਦੇਣ ਵਾਸਤੇ ਕਹਿ ਰਿਹਾ ਸੀ, ਅੱਜ ਆਪ ਲੁਕਦਾ ਭੱਜਦਾ ਨਜ਼ਰ ਆ ਰਿਹਾ ਆ। ਜਿਹੜੇ ਸਿੱਖ ਕਿਸਾਨਾਂ ਨੇ ਦੇਸ਼ ਦੀ ਸੁਰੱਖਿਆ ਸਾਹਮਣੇ ਖੜੇ ਹੋ ਕੇ ਆਪਣੇ ਫੌਲਾਦੀ ਸੱਚ ਦਾ ਸਬੂਤ ਦਿੱਤਾ ਸੀ, ਅੱਜ ਉਸੇ ਕੌਮ ਦੇ ਨੌਜਵਾਨ ਆਗੂ ਇਸ ਜਥੇਬੰਦੀ ਦੇ ਭਗੌੜਾ ਹੋਣ ਦਾ ਖਿਤਾਬ ਦਿੱਤਾ ਜਾ ਰਿਹਾ ਹੈ। ਹੁਣ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਜਦੋਂ ਸਿਖਰ ਦੇ ਉੱਤੇ ਸੀ ਤਾਂ 26 ਜਨਵਰੀ ਨੂੰ ਦੀਪ ਸਿੱਧੂ ਦੇ ਨਾਲ ਕਿਲੇ ਵੱਲ ਮੂੰਹ ਕਰਕੇ ਕਿਸਾਨੀ ਸੰਘਰਸ਼ ਦੀ ਲੜਾਈ ਨੂੰ ਜਾਣੇ ਅਣਜਾਣੇ ਦੁਸ਼ਮਣ ਦੀ ਮਾਰ ਹੇਠਾਂ ਲਿਆ ਦਿੱਤਾ ਸੀ। ਅੱਜ ਉਸੇ ਜਥੇਬੰਦੀ ਦੇ ਅਗਲੇ ਆਗੂ ਨੇ ਪੰਜਾਬ ਦਾ ਨਾਮ ਫਿਰ ਵੱਖਵਾਦ ਅੱਖਰ ਜੁੜਵਾ ਦਿੱਤਾ ਆ ਪੰਜਾਬ ਦੇ ਨਾਂ ਦੇ ਨਾਲ। ਅੱਜ ਸਾਰੇ ਦੇਸ਼ ਵਿੱਚ ਇਹੀ ਚਰਚਾ ਚੱਲ ਰਹੀ ਹੈ ਕਿ ਅੰਮ੍ਰਿਤਪਾਲ ਤੇ ਦੀਪ ਸਿੱਧੂ ਪਿੱਛੇ ਖੜੇ ਹੋਣ ਵਾਲੇ ਕਲਸੀ ਕੋਲ ਪਿਛਲੇ 2 ਸਾਲਾਂ ਵਿੱਚ ਵਿਦੇਸ਼ ਤੋਂ 35 ਕਰੋੜ ਰੁਪਏ ਆਏ ਕਿਵੇਂ ਆ? ਦਲਜੀਤ ਕਲਸੀ ਫੜਿਆ ਹੋਇਆ ਹੈ ਤਾਂ ਦਲਜੀਤ ਕਲਸੀ ਜੋ ਆ ਉਸ ਨੂੰ ਪੰਜਾਬ ਤੇ ਦੇਸ਼ ਦਾ ਮਾਹੌਲ ਖਰਾਬ ਕਰਨ ਵਾਸਤੇ ISI SFS ਵਰਗੀਆਂ ਜਥੇਬੰਦੀਆਂ ਦਾ ਸਾਥੀ ਦੱਸਿਆ ਜਾ ਰਿਹਾ ਹੈ। ਇਸ ਸਾਰੀ ਵਾਰਦਾਤ ਨਾਲ ਪੰਜਾਬ ਆਪ ਵੀ ਵੰਡਿਆ ਜਾਵੇਗਾ। ਇੱਕ ਗਰਮ ਸੋਚ ਵਾਲਾ ਤਬਕਾ ਇਸ ਨੂੰ ਸਾਜ਼ਿਸ਼ ਆਖੇਗਾ ਤੇ ਉਹਨਾਂ ਦਾ ਦਰਦ ਵਧੇਗਾ। ਦੂਜਾ ਧੜਾ ਕਹੇਗਾ ਕਿ ਇਹ ਨੌਜਵਾਨ ਗਲਤ ਰਾਹ ਤੇ ਚੱਲ ਰਹੇ ਨੇ ਅਤੇ ਇਹਨਾਂ ਨੌਜਵਾਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਣਗੇ। ਇਹਨਾਂ ਦਾ ਦਰਦ ਵਧੇਗਾ ਤੇ ਕੁੱਲ ਮਿਲਾ ਕੇ ਸਾਰੇ ਸਿੱਖ ਤੇ ਪੰਜਾਬੀ ਅੱਜ ਦਰਦ ਵਿੱਚ ਨੇ। ਕੀ ਗਲਤੀ ਅੰਮ੍ਰਿਤਪਾਲ ਸਿੰਘ ਜਾਂ ਦਲਜੀਤ ਕਲਸੀ ਵਰਗਿਆਂ ਦੀ ਹੈ ਜਾਂ ਕਿਸੇ ਹੋਰ ਦੀ? ਕਿ ਇਹ ਉਹ ਸਾਰੇ ਇਸ ਖੇਡ ਵਿੱਚ ਮਾਸਟਰ ਮਾਈਂਡ ਨੇ ਜਾਂ ਇੱਕ ਹੋਰ ਵੱਡੀ ਖੇਡ ਦੇ ਵਿੱਚ ਇਹ ਪਿਆਦੇ ਬਣੇ ਹੋਏ ਨੇ? ਪਰ ਇੱਕ ਗੱਲ ਤੈਅ ਹੈ ਕਿ ਉਹ ਇਹ ਬਹੁਤ ਡੂੰਘੀ ਖੇਡ ਹੈ ਜਿਹੜੀ ਵਾਰ-ਵਾਰ ਰਚੀ ਜਾਂਦੀ ਹੈ ਤਾਂ ਕਿ ਪੰਜਾਬ ਦੇ ਨਾਮ ਨਾਲ ਖਾਲਿਸਤਾਨ ਦਾ ਨਾਮ ਜੋੜੇ ਜਾਣ ਦਾ ਸ਼ੁਗਲ ਜਾਰੀ ਰਹੇ। ਇਹ ਲੋਕ
ਮੰਚਾਂ ਤੇ ਜੋ ਆਖਦੇ ਨੇ ਵਕਤ ਆਉਣ ਤੇ ਇਹ ਆਪ ਹੀ ਆਪਣੇ ਸ਼ਬਦਾਂ ਤੇ ਖੜੇ ਨਹੀਂ ਰਹਿੰਦੇ। ਸ਼ਾਇਦ ਇਹ ਸਿਰਫ ਪੈਸਿਆਂ ਦੀ ਖੇਡ ਹੈ ਜਿਸ ਦੀ ਗਵਾਹੀ ਦਲਜੀਤ ਕਲਸੀ ਦੇ ਖਾਤੇ ਵਿੱਚ ਪਿਆ 35 ਕਰੋੜ ਰੁਪਈਆ ਦਿੰਦਾ ਆ। ਸੱਚ ਤਾਂ ਇਹ ਲੋਕ ਆਪ ਹੀ ਦੱਸ ਸਕਣਗੇ ਕਿ ਕਿਹਦੇ ਇਸ਼ਾਰੇ ਤੇ ਇਹ ਕੰਮ ਕਰ ਰਿਹਾ, ਕਿਹਦੇ ਕਰਕੇ ਇਹ ਤੁਰੇ ਹੋਏ ਆ, ਕੀ ਗਤੀਵਿਧੀਆਂ ਇਹਨਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਇੱਕ ਗੱਲ ਸਾਫ਼ ਹੈ ਕਿ ਇਹਨਾਂ ਨੇ ਪੰਜਾਬ ਵਾਸਤੇ ਖੱਟਿਆ ਤਾਂ ਕੁਝ ਵੀ ਨਹੀਂ, ਪਰ ਨੁਕਸਾਨ ਬਹੁਤ ਵੱਡਾ ਕਰ ਗਏ ਨੇ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੀ ਗੱਲ ਹੁਣ ਅੱਗੇ ਨਹੀਂ ਵਧੇਗੀ ਤੇ ਬਾਕੀਆਂ ਦੇ ਪੈਰੋਲ ਨੂੰ ਵੀ ਖਤਰਾ ਬਣ ਗਿਆ। ਦੇਸ਼ ਵਿਦੇਸ਼ ਵਿੱਚ ਸਿੱਖਾਂ ਨੂੰ ਮੁੜ ਤੋਂ ਅੱਤਵਾਦੀ ਵਾਲੀ ਸੋਚ ਵਾਲੇ ਲੋਕ ਦੱਸਿਆ ਜਾਵੇਗਾ। ਜਿਵੇਂ ਇੰਗਲੈਂਡ ਵਿੱਚ ਭਾਰਤੀ ਝੰਡੇ ਤੇ ਹਮਲਾ ਆਪਣੇ ਆਪ ਨੂੰ ਖਾਲਿਸਤਾਨੀ ਖਵਾਉਣ ਵਾਲਿਆਂ ਨੇ ਕੀਤਾ ਆ। ਲੱਗਦਾ ਹੈ ਕਿ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਸਿਰਜ ਕੇ ਇਸ ਦੇ ਸਾਰੇ ਹੱਕ ਹਕੂਕ ਕਸ਼ਮੀਰ ਵਾਂਗ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਚੁੱਕੀ ਹੈ ਅਤੇ ਮੋਹਰੇ ਬਣ ਰਹੇ ਨੇ ਉਹ ਲੋਕ ਜੋ ਪੰਜਾਬ ਲਈ ਮਰ ਮਿਟਣ ਲਈ ਤਿਆਰ ਹੋਣ ਦਾ ਦਾਅਵਾ ਕਰਦੇ ਸਨ। ਇਸ ਵੇਲੇ ਲੋੜ ਹੈ ਅਜਿਹੀਆਂ ਨੀਤੀਆਂ ਘੜਨ ਦੀ ਜਿਸ ਦੇ ਨਾਲ ਪੰਜਾਬ ਨੂੰ ਦੂਜਾ ਕਸ਼ਮੀਰ ਬਣਾ ਦੇਣਾ ਚਾਹੁਣ ਵਾਲਿਆਂ ਦੇ ਮਨਸੂਬੇ ਨਾਕਾਮ ਕੀਤੇ ਜਾ ਸਕਣ, ਨਾ ਕਿ ਉਹਨਾਂ ਮਨਸੂਬਿਆਂ ਨੂੰ ਸਾਡੀਆਂ ਨਦਾਨੀਆਂ ਕਾਰਨ ਬਲ ਮਿਲੇ। ਪੰਜਾਬ ਨਾਲ ਧੱਕਾ ਕਰਨ ਵਾਲੇ ਉਨੇ ਹੀ ਹੁਸ਼ਿਆਰ ਹਨ ਜਿੰਨੇ ਕਿ ਅਸੀਂ ਬਿਨਾਂ ਸੋਚੇ ਸਮਝੇ ਖਤਰੇ ਸੇੜਨ ਵਾਲੇ ਪੰਜਾਬੀ ਹਾਂ। ਗੱਲ ਵਾਕਈ ਬੜੀ ਸਥਿਤੀ ਗੰਭੀਰ ਬਣੀ ਹੋਈ ਆ ਔਰ ਇੱਥੇ ਮੈਂ ਗੱਲ ਕਰੂੰਗਾ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਬੁਲਾਈ ਗਈ ਸੀ। ਵੱਖ-ਵੱਖ ਬੁੱਧੀਜੀਵੀਆਂ, ਮਾਹਰਾਂ ਨੂੰ, ਵਿਦਿਆਰਥੀਆਂ ਨੂੰ, ਰਾਜਨੀਤੀ ਆਗੂਆਂ ਨੂੰ ਸੱਦਿਆ ਗਿਆ ਸੀਗਾ। ਪਰ ਐਨ ਮੌਕੇ ਦੇ ਉੱਤੇ ਇਹ ਵੀ ਪਤਾ ਲੱਗਿਆ ਕਿ ਜਿਸ ਤਰੀਕੇ ਨਾਲ ਇੱਕ ਵੱਡਾ ਅਧਿਕਾਰੀ ਪੁਲਿਸ ਦਾ ਜਥੇਦਾਰ ਨੂੰ ਮਿਲਦਾ ਆ, ਜਿਸ ਤਰੀਕੇ ਦਾ ਪਹਿਲਾਂ ਪਲਾਨ ਬਣਾਇਆ ਗਿਆ ਸੀ, ਉਸ ਪਲਾਨ ਦੇ ਵਿੱਚ ਥੋੜ੍ਹਾ ਜਿਹਾ ਹਿਲਜੁਲ ਹੋਈ ਕਿ ਜਿੰਨੇ ਵੱਡੀ ਤਾਦਾਦ ਵਿੱਚ ਲੋਕਾਂ ਨੂੰ ਸੱਦਿਆ ਗਿਆ ਸੀ ਫਿਰ ਉਹਨਾਂ ਨੂੰ ਲਿਮਟਿਡ ਕਰ ਦਿੱਤਾ। ਜਿਵੇਂ ਕਿ ਕਾਫੀ ਜਿਹੜੇ ਸੀਗੀਆਂ ਸਿੱਖ ਜਥੇਬੰਦੀਆਂ ਦੇ ਆਗੂ ਆ, ਬਾਬਾ ਬਲਜੀਤ ਸਿੰਘ ਦਾਦੂਵਾਲ ਜਿਹੜੇ ਕਿ ਸਾਬਕਾ ਪ੍ਰਧਾਨ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦਾ ਕਹਿਣਾ ਸੀਗਾ ਕਿ ਸੱਦਿਆ ਜ਼ਰੂਰ ਗਿਆ ਸੀ ਪਰ ਬਾਅਦ ਵਿੱਚ ਲਿਮਟ ਕਰ ਦਿੱਤੀ ਹੈ ਤੇ ਫਿਰ ਵੀ ਅਸੀਂ ਇੱਥੇ ਆਏ ਆ ਵੀ ਘੱਟੋ ਘੱਟ ਸਿੱਖਾਂ ਨਾਲ ਜੋ ਕੁਝ ਹੋ ਰਿਹਾ ਆ ਉਹਦੇ ਖਿਲਾਫ ਜਿਹੜਾ ਆ ਇੱਥੇ ਬਹਿ ਕੇ ਮੰਚ ਦੇ ਉੱਤੇ ਗੱਲਬਾਤ ਕੀਤੀ ਜਾ ਸਕੇ। ਇੱਕ ਵੱਡੀ ਗੱਲ ਇਹ ਹੈ ਕਿ ਕੱਲ੍ਹ ਜਿਹੜੀਆਂ ਜਥੇਬੰਦੀਆਂ ਜਿਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਥੇ ਇਕੱਤਰ ਹੋਏ ਨੇ ਜਾ ਕੇ, ਜਿਹਦੇ ਵਿੱਚ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ, ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਸਮੇਤ ਹੋਰ ਕਾਫੀ ਸਾਰੇ ਜਿਹੜੇ ਮਾਹਰ ਸੀ, ਆਗੂ ਸੀਗੇ, ਸਿੱਖ ਨੁਮਾਇੰਦੇ ਸੀ, ਇੱਥੋਂ ਤੱਕ ਕਿ ਸਿੱਖ ਸੰਗਤਾਂ ਵੀ ਵੱਡੀ ਤਾਦਾਦ ਵਿੱਚ ਉੱਥੇ ਪਹੁੰਚੀਆਂ। ਸਾਰਿਆਂ ਨੇ ਅੰਮ੍ਰਿਤਪਾਲ ਦੇ ਬਾਰੇ ਉੱਥੇ ਨਾਅਰੇਬਾਜ਼ੀ ਵੀ ਕੀਤੀ ਪਰ ਜੋ ਗੱਲ ਨਿਕਲ ਕੇ ਆਈ ਉਹ ਇਹ ਆਈ ਕਿ ਜਿਹੜੇ ਸਿੱਖ ਮੁੰਡੇ ਫੜੇ ਗਏ ਨੇ ਉਹਨਾਂ ਨੂੰ ਤੇ ਜਲਦੀ ਤੋਂ ਜਲਦੀ ਜਿਹੜਾ ਆ ਰਿਹਾ ਕੀਤਾ ਜਾਵੇ। 24 ਘੰਟਿਆਂ ਦਾ ਜਿਹੜਾ ਸੀਗਾ ਉਹ ਚੇਤਾਵਨੀ ਦਿੱਤੀ ਗਈ ਸੀ, ਨਹੀਂ ਤਾਂ ਸੰਘਰਸ਼ ਜਿਹੜਾ ਆ ਉਹ ਵਿੱਢਿਆ ਜਾਵੇਗਾ। ਫਿਲਹਾਲ ਅੰਮ੍ਰਿਤਪਾਲ ਵਾਕਿਆ ਹੀ ਇਸ ਟਾਈਮ ਅਜਿਹੀ ਸਥਿਤੀ ਵਿੱਚ ਆ। ਇੱਕ ਸਵਾਲ ਅਖੀਰ ਦੇ ਉੱਤੇ ਮੈਂ ਕਹੂੰਗਾ ਕਿ ਇਹ ਖੜਾ ਹੁੰਦਾ ਆ ਜੋ ਸਾਰਿਆਂ ਦੇ ਮਨਾਂ ਵਿੱਚ ਚੱਲਦਾ ਪਿਆ ਕਿ ਜਿਹੜਾ ਅੰਮ੍ਰਿਤਪਾਲ ਸਿੰਘ ਵਾਰ-ਵਾਰ ਸਿਰ ਦੇਣ ਦੀਆਂ ਗੱਲਾਂ ਕਰਦਾ ਸੀਗਾ, ਜੇ ਸਰਕਾਰ ਦੀ ਇਹ ਸਾਜ਼ਿਸ਼ ਨਹੀਂ, ਸਰਕਾਰ ਕਹਿੰਦੀ ਹੈ ਕਿ ਮੇਰੇ ਕੋਲ ਨਹੀਂ, ਜਿਸ ਤਰੀਕੇ ਨਾਲ ਅੱਜ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਗਿਆ ਆ, ਤਾਂ ਫਿਰ ਅੰਮ੍ਰਿਤਪਾਲ ਸਿੰਘ ਤਾਂ ਇਹ ਜ਼ਰੂਰ ਸਾਹਮਣੇ ਆ ਕੇ ਦੱਸੇ, ਖਾਸ ਤੌਰ ਤੇ ਜਿਹੜੇ ਉਸ ਦੇ ਉੱਤੇ ਵਿਸ਼ਵਾਸ ਕਰਕੇ ਗਏ ਸੀ ਕਿ ਜੇ ਉਹ ਭੱਜਿਆ ਤਾਂ ਫਿਰ ਭੱਜਿਆ ਕਿਉਂ ਆ, ਐਡਾ ਕਿਹੜਾ ਕੋਈ ਜੁਰਮ ਕਰਤਾ ਸੀ, ਕੋਈ ਕਤਲ ਜਾਂ ਕੋਈ ਹੋਰ ਇਹੋ ਜਿਹਾ ਕਾਰਨਾਮਾ ਕੀਤਾ ਸੀ ਜਿਸ ਕਰਕੇ ਉਹਨੂੰ ਫਰਾਰ ਹੋਣਾ ਪਿਆ। ਇਹੀ ਗੱਲਾਂ ਜਿਹੜੀਆਂ ਆ ਉਹ ਕਈ ਜਿਹੜੇ ਚਿੰਤਕ ਆ ਉਹਨਾਂ ਨੂੰ ਹਜ਼ਮ ਨਹੀਂ ਹੋ ਰਹੀਆਂ, ਪਰ ਫਿਰ ਵੀ ਉਡੀਕ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਅੰਮ੍ਰਿਤਪਾਲ ਸਿੰਘ ਵਾਲੀ ਇਹ ਕਹਾਣੀ ਕੀ ਮੋੜ ਕੱਟਦੀ ਹੈ। ਹੁਣ ਆਉਂਦੇ ਹਾਂ ਜੀ ਅਗਲੀ ਖਬਰ ਵਾਲੀ। ਲੋੜੋਂ ਵੱਧ ਸਜ਼ਾ, ਗੱਲ ਰਾਹੁਲ ਗਾਂਧੀ ਦੀ ਹੋ ਰਹੀ ਹੈ। ਕਾਂਗਰਸ ਦਾ ਦਿੱਗਜ ਆਗੂ ਹੈ, ਚਰਚਾ ਹੋ ਰਹੀ ਆ, ਵਾਇਨਾਡ ਤੋਂ ਚੁਣ ਕੇ ਮੈਂਬਰ ਪਾਰਲੀਮੈਂਟ ਬਣਿਆ ਸੀ, ਉੱਥੇ ਪਹੁੰਚਿਆ ਸੀਗਾ, ਪਰ 2019 ਦੇ ਵਿੱਚ ਮੋਦੀ ਦੇ ਬਾਰੇ ਜਿਹੜਾ ਇੱਕ ਸਰਨੇਮ ਵਾਲੀ ਗੱਲ ਸੀਗੀ ਕਿ ਇਸ ਦੇਸ਼ ਦੇ ਵਿੱਚ ਜਿੰਨੇ ਚੋਰ ਠੱਗ ਲੁਟੇਰੇ ਆ ਕਿ ਸਾਰਿਆਂ ਦੇ ਨਾਂ ਨਾਲ ਮੋਦੀ ਲੱਗਦਾ ਹੈ। ਰਾਹੁਲ ਗਾਂਧੀ ਦੀ ਇਹ ਸਟੇਟਮੈਂਟ ਉਸ ਨੂੰ ਲੈ ਕੇ ਬੈਠੀ ਆ, ਜਿਸ ਕਰਕੇ ਹੁਣ ਕਾਂਗਰਸ ਸੱਤਿਆਗ੍ਰਹਿ ਅੰਦੋਲਨ ਕਰਨ ਵਾਸਤੇ ਕੁੱਦੀ ਹੋਈ ਹੈ।
क्योंकि राहुल गांधी ਨੂੰ जो आ 2 साल की सज़ा सुनाई गई है तो सज़ा ਦਾ जिसने ਪਟੀਸ਼ਨ ਪਾਈ ਸੀ, ਜਿਸ ਦੀ ਪਟੀਸ਼ਨ ਉੱਤੇ ਸਜ਼ਾ ਹੋਈ ਹੈ, ਉਸ ਦਾ ਤਾਲੁਕ ਗੁਜਰਾਤ ਦੇ ਨਾਲ ਹੈ। ਮੋਦੀ ਭਾਈਚਾਰੇ ਦੀ ਗੱਲ ਕੀਤੀ ਗਈ ਹੈ ਕਿ ਸਾਰੇ ਮੋਦੀ ਭਾਈਚਾਰੇ ਨੂੰ ਬਦਨਾਮ ਕੀਤਾ ਗਿਆ ਆ, ਇਸ ਕਰਕੇ 2 ਸਾਲ ਦੀ ਸਜ਼ਾ ਵੀ ਦਿੱਤੀ ਗਈ ਹੈ, ਪਰ ਨਾਲ ਦੀ ਨਾਲ ਜਿਹੜੀ ਆ ਅਗਲੇ ਪਟੀਸ਼ਨ ਪਾਉਣ ਵਾਸਤੇ ਸਮਾਂ ਵੀ ਦਿੱਤਾ ਆ। ਪਰ ਲੋਕ ਸਭਾ ਦੇ ਵਿੱਚੋਂ ਰਾਹੁਲ ਗਾਂਧੀ ਦੀ ਜਿਹੜੀ ਮੈਂਬਰਸ਼ਿਪ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ। ਇਸ ਨੂੰ ਲੈ ਕੇ ਕਾਂਗਰਸ ਵੱਲੋਂ ਕਾਲੇ ਕੱਪੜੇ ਪਾ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਆ, ਤਾਂ ਕਾਫੀ ਜਿਹੜੇ ਸਵਾਲ ਨੇ ਰਾਹੁਲ ਗਾਂਧੀ ਨੂੰ ਦਿੱਤੀ ਵੱਡੀ ਸਜ਼ਾ ਦੇ ਬਾਰੇ ਉੱਠ ਰਹੇ ਨੇ। ਹੁਣ ਜਦੋਂ ਕਿਸੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਸਜ਼ਾ ਦੀ ਤਰੀਕ ਤੋਂ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾ ਦਿੱਤਾ ਜਾਂਦਾ ਆ। ਇਸ ਤੋਂ ਪਹਿਲਾਂ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਜਨਤਾ ਦਲ ਯੂਨਾਈਟਿਡ ਦੇ ਸੰਸਦ ਮੈਂਬਰ ਨੂੰ ਯੋਗ ਠਹਿਰਾਇਆ ਗਿਆ ਸੀ। ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਵੀ ਵੱਖ-ਵੱਖ ਜਿਹੜੇ ਵਿਧਾਇਕ ਨੇ ਉਹਨਾਂ ਵਿਰੁੱਧ ਜਿਹੀ ਕਾਰਵਾਈ ਕੀਤੀ ਜਾਂਦੀ ਹੈ ਤੇ ਓਪਰੀ ਨਜ਼ਰ ਮਾਰਨ ਵਾਲਿਆਂ ਵਿੱਚ ਕਾਰਵਾਈ ਕਾਨੂੰਨੀ ਤੌਰ ਦੇ ਉੱਤੇ ਸਹੀ ਦਿਖਾਈ ਦਿੰਦੀ ਹੈ, ਪਰ ਕਾਨੂੰਨੀ ਮਾਹਰਾਂ ਅਨੁਸਾਰ ਰਾਹੁਲ ਗਾਂਧੀ ਨੂੰ ਮਾਣਹਾਨੀ ਕੇਸ ਦੇ ਵਿੱਚ 2 ਸਾਲ ਜੇਲ੍ਹ ਦੀ ਸਜ਼ਾ ਤੇ ਜੋ ਕੇਸ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਆ ਇਹ ਸਮਾਂ ਲੱਗੂਗਾ ਦੇਣਾ ਕਾਨੂੰਨੀ ਪੱਖ ਤੋਂ ਸਹੀ ਨਹੀਂ ਹੈ। ਭਾਵ ਕਿ ਜੋ ਦੋਸ਼ ਉਸ ਦੇ ਬੋਲਾਂ ਦੇ ਕਾਰਨ ਬਣਦਾ ਆ ਉਸ ਦੀ ਨਿਸਬਤ ਕਿਤੇ ਵਧੇਰੇ ਆ। ਕੇਸ ਕੀ ਹੈ ਫਿਰ ਮੈਂ ਇੱਥੇ ਜ਼ਿਕਰ ਕਰ ਲੈਣਾ ਚਾਹੂੰਗਾ ਕਿ 2019 ਵਿੱਚ ਕਰਨਾਟਕ ਵਿੱਚ ਇੱਕ ਚੋਣ ਜਲਸੇ ਦੇ ਦੌਰਾਨ ਭਾਸ਼ਣ ਦਿੰਦਿਆਂ ਰਾਹੁਲ ਗਾਂਧੀ ਨੇ ਮੋਦੀ ਉਪਨਾਮ ਵਾਲੇ ਕਈ ਵਿਅਕਤੀਆਂ ਜਿਵੇਂ ਨੀਰਵ ਮੋਦੀ ਆਦਿ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਹਰ ਮੋਦੀ ਚੋਰ ਹੈ। ਸਪਸ਼ਟ ਹੈ ਕਿ ਅਜਿਹੇ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ। ਇਸ ਭਾਸ਼ਣ ਵਿੱਚ 3 ਵਿਅਕਤੀਆਂ ਦੇ ਨਾਂ ਲਏ ਗਏ ਨੇ। ਉਹਨਾਂ ਨੇ ਰਾਹੁਲ ਗਾਂਧੀ ਤੇ ਤਾਂ ਕੋਈ ਕੇਸ ਕੀਤਾ ਹੀ ਨਹੀਂਗਾ ਜਿਨ੍ਹਾਂ ਦੇ ਨਾਂ ਲਏ ਆ। ਕੇਸ ਕੀਤਾ ਆ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਪੁਰਨੇਸ਼ ਮੋਦੀ ਨੇ। ਉਸਨੇ ਦੋਸ਼ ਲਗਾਇਆ ਆ ਕਿ ਰਾਹੁਲ ਗਾਂਧੀ ਨੇ ਸਾਰੇ ਮੋਦੀ ਭਾਈਚਾਰੇ ਦੀ ਮਾਣਹਾਨੀ ਕੀਤੀ ਹੈ। ਕਾਨੂੰਨੀ ਮਾਹਰਾਂ ਅਨੁਸਾਰ ਇਹ ਕੇਸ ਗੁਜਰਾਤ ਦੀ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੀ ਨਹੀਂ ਸੀ, ਕਿਉਂਕਿ ਰਾਹੁਲ ਦੀ ਸਟੇਟਮੈਂਟ ਤਾਂ ਕਰਨਾਟਕ ਦੇ ਵਿੱਚ ਦਿੱਤੀ ਸੀਗੀ। ਮੁਕੱਦਮਾ ਕਰਨਾਟਕ ਦੀ ਸਥਾਨਕ ਅਦਾਲਤ ਵਿੱਚ ਚਲਾਇਆ ਜਾਣਾ ਚਾਹੀਦਾ ਸੀਗਾ। ਸੁਪਰੀਮ ਕੋਰਟ ਦੇ ਇੱਕ ਫੈਸਲੇ ਅਨੁਸਾਰ ਜੇ ਮੁਲਜ਼ਮ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਨਾ ਰਹਿੰਦਾ ਹੋਵੇ ਤਾਂ ਅਦਾਲਤ ਨੂੰ ਫੈਸਲਾ ਦੇਣ ਤੋਂ ਪਹਿਲਾਂ ਮਾਮਲੇ ਦੀ ਤਫਤੀਸ਼ ਜਾਂਚ ਕਰਵਾਉਣੀ ਚਾਹੀਦੀ ਹੈ। ਇੱਥੇ ਹੁਣ ਅਦਾਲਤ ਜਿਹੜੀ ਹੈ ਉਹ ਕਟਹਿਰੇ ਵਿੱਚ ਆ ਗਈ ਹੈ। ਇਸ ਤਰ੍ਹਾਂ ਦੀ ਕੋਈ ਵੀ ਜਾਂਚ ਜਾਂ ਤਫਤੀਸ਼ ਨਹੀਂ ਕੀਤੀ ਗਈ। ਇਹ ਕੇਸ ਜੋ ਆ 16 ਅਪ੍ਰੈਲ 2019 ਨੂੰ ਅਦਾਲਤ ਦੇ ਵਿੱਚ ਦਾਇਰ ਕੀਤਾ ਗਿਆ ਸੀਗਾ। ਰਾਹੁਲ ਗਾਂਧੀ ਆਪਣਾ ਬਿਆਨ ਦਰਜ ਕਰਵਾਉਣ ਲਈ 14 ਜੂਨ 2021 ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ AN ਦਵੇ ਦੀ ਅਦਾਲਤ ਵਿੱਚ ਪੇਸ਼ ਹੋਇਆ। ਮਾਰਚ 2022 ਵਿੱਚ ਸ਼ਿਕਾਇਤਕਰਤਾ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਰਾਹੁਲ ਗਾਂਧੀ ਨੂੰ ਦੁਬਾਰਾ ਤਲਬ ਕਰੇ। ਅਦਾਲਤ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਿਕਾਇਤਕਰਤਾ ਨੇ ਹਾਈ ਕੋਰਟ ਵਿੱਚ ਬੇਨਤੀ ਕੀਤੀ ਕਿ ਕੇਸ ਦੀ ਸੁਣਵਾਈ ਜਿਹੜੀ ਹੈ ਉਹ ਰੋਕ ਦਿੱਤੀ ਜਾਵੇ। ਸੁਣਵਾਈ ਜਿਹੜੀ ਸੀਗੀ ਰੋਕ ਦਿੱਤੀ ਗਈ। 16 ਫਰਵਰੀ 2023 ਨੂੰ ਸ਼ਿਕਾਇਤਕਰਤਾ ਫਿਰ ਹਾਈ ਕੋਰਟ ਗਿਆ ਤੇ ਸੁਣਵਾਈ ਸ਼ੁਰੂ ਕਰਨ ਦੇ ਲਈ ਕਿਹਾ, ਜਿਸ ਦੀ ਹਾਈ ਕੋਰਟ ਨੇ ਆਗਿਆ ਦੇ ਦਿੱਤੀ। ਸੁਣਵਾਈ ਨਵੇਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ H ਵਰਮਾ ਦੀ ਅਦਾਲਤ ਵਿੱਚ ਸ਼ੁਰੂ ਹੋਈ। ਤਾਂ ਕਾਨੂੰਨੀ ਮਾਹਰਾਂ ਦੇ ਅਨੁਸਾਰ ਮੁਕੱਦਮੇ ਤੇ ਸੁਣਵਾਈ ਨੂੰ ਰੋਕਣ ਲਈ ਮੁਲਜ਼ਮ ਉੱਚ ਅਦਾਲਤ ਵਿੱਚ ਜਾਂਦੇ ਨੇ, ਸ਼ਿਕਾਇਤਕਰਤਾ ਨਹੀਂ ਜਾਂਦੇਗੇ। ਇਹ ਹੈਰਾਨੀ ਦੀ ਵੇਖੋ ਕਿ ਗੱਲ ਕਿੱਧਰ ਚਲੀ ਗਈ ਆ। ਜਾਂਦੇ ਮੁਜਰਮ ਹੈ ਤੇ ਇੱਥੇ ਸ਼ਿਕਾਇਤਕਰਤਾ ਉੱਚ ਅਦਾਲਤ ਵਿੱਚ ਚਲਾ ਗਿਆ ਕਿ ਰਾਹੁਲ ਨੂੰ ਕਿਸੇ ਤਰੀਕੇ ਜਿਹੜਾ ਆ ਉਹ ਫਸਾਇਆ ਹੀ ਜਾਵੇ, ਹਰ ਹਿੱਲੇ ਫਸਾਇਆ ਜਾਵੇ ਕਿ ਉਹਨੇ ਐਡੀ ਗੱਲ ਕਹੀ ਤਾਂ ਕਈ ਕਿਉਂ। ਰਾਹੁਲ ਨੇ ਕੋਈ ਅੱਜ ਨਵੀਂ ਗੱਲ ਨਹੀਂ ਕਹੇਗੀ। ਇਸ ਦੇਸ਼ ਦੇ ਬਹੁਤ ਸਾਰੇ ਲੀਡਰ ਆ ਦੋਸਤੋ, ਤੁਸੀਂ ਜਾਣਦੇ ਹੋ ਅਕਸਰ ਹੀ ਕਈਆਂ ਦੀਆਂ ਜ਼ਬਾਨਾਂ ਜਿਹੜੀਆਂ ਆ ਉਹ ਤਿਲਕ ਜਾਂਦੀਆਂ ਤੇ ਅਸੀਂ ਕਹਿ ਦਿੰਦੇ ਹਾਂ ਕਿ ਫਲਾਣੇ ਲੀਡਰ ਦੀ ਜ਼ਬਾਨ ਫਿਸਲ ਗਈ ਆ, ਉਹ ਬੋਲਣ ਲੱਗਿਆ ਜਿਹੜਾ ਆ ਉਹ ਸੋਚਿਆ ਹੀ ਨਹੀਂਗਾ। ਔਰ ਸ਼ਾਇਦ ਰਾਹੁਲ ਗਾਂਧੀ ਵੀ ਇੱਦਾਂ ਹੀ ਹੋਇਆ ਕਿ ਉਹਨੇ ਅਚਨਚੇਤ ਜਿਹੜੀ ਇਹ ਗੱਲ ਕਹਿ ਦਿੱਤੀ। ਉਹਨੂੰ ਨਹੀਂ ਸੀ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਸਦੀ ਮੈਂਬਰਸ਼ਿਪ ਵੀ ਰੱਦ ਕੀਤੀ ਜਾਊਗੀ ਤੇ ਉਹਨੂੰ ਇਸ ਤਰੀਕੇ ਨਾਲ ਖੁਆਰ ਕੀਤਾ ਜਾਊਗਾ ਜਿਸ ਤਰ੍ਹਾਂ ਹੁਣ ਕੀਤਾ ਜਾ ਰਿਹਾ ਹੈ। ਤਾਂ ਰਾਹੁਲ ਗਾਂਧੀ ਨੂੰ ਸੰਸਦ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਨੂੰ ਗੁਜਰਾਤ ਦੀ ਟ੍ਰਾਇਲ ਕੋਰਟ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕਾਂਗਰਸ ਮੁਤਾਬਕ
ਇਸ ਸਜ਼ਾ ਪਿੱਛੇ ਕੇਂਦਰ ਸਰਕਾਰ ਦਾ ਦਬਾਅ ਕੰਮ ਕਰ ਰਿਹਾ ਹੈ। ਕਾਨੂੰਨੀ ਮਾਹਰਾਂ ਦਾ ਵੀ ਮੰਨਣਾ ਆ ਕਿ ਰਾਹੁਲ ਗਾਂਧੀ ਦੇ ਬਿਆਨ ਨਾਲ ਕਿਸੇ ਜਾਤ ਤੇ ਹਮਲਾ ਨਹੀਂ ਬਣਦਾ, ਪਰ ਹੁਣ ਜਦੋਂ ਫੈਸਲਾ ਹੋ ਚੁੱਕਿਆ ਆ ਤਾਂ ਅਦਾਲਤ ਦਾ ਫੈਸਲਾ ਉਦੋਂ ਤੱਕ ਮੰਨਣਾ ਹੀ ਪੈਣਾ ਆ ਜਦੋਂ ਤੱਕ ਉੱਪਰਲੀ ਅਦਾਲਤ ਵੱਲੋਂ ਇਸ ਫੈਸਲੇ ਨੂੰ ਉਲਟਾ ਨਹੀਂ ਦਿੱਤਾ ਜਾਂਦਾ। ਕਿਉਂਕਿ ਹੁਣ ਜਦੋਂ ਇੱਕ ਵਾਰੀ ਛੋਟੀ ਜਿਹੜੀ ਸੈਸ਼ਨ ਕੋਰਟ ਆ ਉਹ ਆਪਣੇ ਤੌਰ ਤੇ ਸਜ਼ਾ ਦੇ ਦੇਵੇ ਤੇ ਫਿਰ ਉਸ ਤੋਂ ਉੱਚੀ ਅਦਾਲਤ ਵਿੱਚ ਜਾਣਾ ਪੈਂਦਾ ਆ, ਫਿਰ ਉੱਥੇ ਪਟੀਸ਼ਨ ਪਾਉਣੀ ਪੈਂਦੀ, ਫਿਰ ਉਹਦੇ ਮੁਤਾਬਕ ਜਿਹੜੀ ਆ ਉਹ ਦੇਖਣਾ ਹੋਊਗਾ ਕਿ ਉਹ ਸਜ਼ਾ ਜਿਹੜੀ ਉਹ ਰੱਦ ਕਰਦੀ ਹੈ ਕਿ ਨਹੀਂ। ਅਦਾਲਤਾਂ ਦਾ ਜਾਣੀ ਪ੍ਰਚਲਨ ਇੱਦਾਂ ਦਾ ਤੁਸੀਂ ਜਾਣਦੇ ਵੀ ਹੋ। ਤਾਂ ਇਹ ਸੰਵਿਧਾਨਕ ਪ੍ਰਕਿਰਿਆ ਆ ਕਿ ਜਿਸ ਸੰਸਦ ਜਾਂ ਵਿਧਾਇਕ ਨੂੰ ਕੈਦ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਉਸ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਤੇ ਉਹ ਅਗਲੇ ਸਾਲ ਵਾਸਤੇ ਕੋਈ ਵੀ ਚੋਣ ਜਿਹੜੀ ਆ ਉਹ ਨਹੀਂ ਲੜ ਸਕਦਾ। ਇੱਥੇ ਦੋ ਸਵਾਲ ਖੜੇ ਹੁੰਦੇ ਆ। ਪਹਿਲਾ ਕਿ ਭਾਜਪਾ ਰਾਹੁਲ ਗਾਂਧੀ ਤੋਂ ਇਸ ਕਦਰ ਖਤਰਾ ਕਿਉਂ ਮਹਿਸੂਸ ਕਰ ਰਹੀ ਹੈ। ਦੂਜਾ ਕਿ ਇਸ ਕਦਮ ਨਾਲ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋ ਜਾਣਗੀਆਂ ਜਾਂ ਰਾਹੁਲ ਗਾਂਧੀ ਦੀ ਪੈਦਲ ਯਾਤਰਾ ਤੋਂ ਬਾਅਦ ਜਦੋਂ ਕਾਂਗਰਸ ਅਸਾਮ ਅਤੇ ਮੇਘਾਲਿਆ ਦੀਆਂ ਚੋਣਾਂ ਹਾਰ ਗਈ ਸੀ ਤਾਂ ਬੁੱਧੀਜੀਵੀਆਂ ਨੇ ਚੈਨਲਾਂ ਦੀਆਂ ਚਰਚਾਵਾਂ ਵਿੱਚ ਰਾਹੁਲ ਗਾਂਧੀ ਨੂੰ ਹਾਰਿਆ ਹੋਇਆ ਆਗੂ ਦੱਸ ਦਿੱਤਾ ਸੀ, ਪਰ ਜਿਸ ਤਰ੍ਹਾਂ ਉਸ ਪਿੱਛੇ ਪੂਰੀ ਸਰਕਾਰੀ ਤਾਕਤ ਨੇ ਮਿਲ ਕੇ ਉਸ ਨੂੰ 2024 ਦੀਆਂ ਚੋਣਾਂ ਵਿੱਚ ਲੜਾਈ ਤੋਂ ਬਾਹਰ ਕਰ ਦੇਣ ਦੀ ਖੇਡ ਖੇਡੀ ਹੈ, ਲੱਗਦਾ ਆ ਕਿ ਸਿਆਸਤ ਦੀ ਸ਼ਤਰੰਜ ਦੇ ਖਿਡਾਰੀ ਆਮ ਬੁੱਧੀਜੀਵੀਆਂ ਤੋਂ ਕੁਝ ਅਲੱਗ ਵੇਖ ਰਹੇ ਨੇ। ਉਹ ਵੇਖ ਰਹੇ ਨੇ ਕਿ ਰਾਹੁਲ ਗਾਂਧੀ ਹਾਕਮ ਧਿਰ ਲਈ 2024 ਦੀਆਂ ਚੋਣਾਂ ਵਿੱਚ ਇੱਕ ਵੱਡਾ ਖਤਰਾ ਬਣ ਗਿਆ ਆ ਤੇ ਦੂਜਾ ਖਤਰਾ ਜੋ ਆ ਆਮ ਪਾਰਟੀ ਤੇ ਉਸ ਦੇ ਵੱਡੇ ਚਿਹਰੇ ਨੇ ਤੇ ਮਨੀਸ਼ ਸਿਸੋਦੀਆ ਵਰਗਿਆਂ ਨਾਲ ਵੀ ਜੇ ਇਹੀ ਵਤੀਰਾ ਜੋ ਧਾਰਨ ਕੀਤਾ ਗਿਆ ਉਹੀ ਰਾਹੁਲ ਗਾਂਧੀ ਨਾਲ ਹੋ ਰਿਹਾ ਆ। ਤਾਂ ਫਿਲਹਾਲ ਕੁੱਲ ਮਿਲਾ ਕੇ ਇਹ ਕਹਿ ਸਕਦੇ ਆ ਕਿ ਸ਼ਿਕਾਇਤਕਰਤਾ ਕਾਨੂੰਨ ਦੀ ਦੁਰਵਰਤੋਂ ਹੀ ਨਹੀਂ ਕਰਦੇ, ਸਗੋਂ ਅਜਿਹੀਆਂ ਅਦਾਲਤਾਂ ਦੇ ਵਿੱਚੋਂ ਕੇਸ ਦਾਇਰ ਕਰਦੇ ਨੇ ਜਿਸ ਤੋਂ ਮਨ ਚਾਹੇ ਫੈਸਲੇ ਜੋ ਨੇ ਉਹ ਮਿਲਣ ਦੀ ਆਸ ਹੁੰਦੀ ਹੈ। ਇਹਨਾਂ ਰੁਝਾਨਾਂ ਤੋਂ ਇਹ ਸੰਕੇਤ ਮਿਲਦਾ ਆ ਕਿ ਮਾਣਹਾਨੀ ਨਾਲ ਜਿਹੜੇ ਸੰਬੰਧਿਤ ਕਾਨੂੰਨ ਤੇ ਮੁੜ ਵਿਚਾਰ ਹੋਣਾ ਚਾਹੀਦਾ ਆ ਤਾਂ ਕਿ ਕਿਸੇ ਨੂੰ ਇਸ ਤਰੀਕੇ ਨਾਲ ਧੱਕੇ ਨਾਲ ਜਿਹੜੀ ਸਜ਼ਾ ਆ ਉਹ ਨਾ ਦਿੱਤੀ ਜਾਵੇ ਜਿਸ ਤਰੀਕੇ ਦਾ ਦਬਾਅ ਕੇਂਦਰ ਸਰਕਾਰ ਦਾ ਬਣਿਆ ਹੋਇਆ ਸੀ ਅਦਾਲਤਾਂ ਦੇ ਉੱਤੇ, ਜਿਸ ਕਰਕੇ ਰਾਹੁਲ ਗਾਂਧੀ ਨੂੰ ਸਜ਼ਾ ਦਿੱਤੀ ਗਈ ਆ। ਹੁਣ ਦੇਖਣਾ ਇਹ ਹੈ ਕਿ ਆਖਰ ਇਸ ਦੇ ਉੱਤੇ ਰਾਹੁਲ ਗਾਂਧੀ ਨੂੰ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ। ਸੋ ਦੋਸਤੋ, ਇਹ ਸੀ ਦੋ ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਇੱਥੇ ਹੀ ਕਰਦੇ ਹਾਂ ਸਮਾਪਤੀ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, ਦਾ ਪੰਜਾਬ ਟਾਕਸ ਚੈਨਲ। ਜਦੋਂ ਯੂਐਸ ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਲਈ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਕਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੇ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਬੈਡ ਹੇਅਰ ਡੇ? ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਆਰਜੀ ਹੇਅਰ ਸੈਲੂਨ ਤੋਂ।
ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ। ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। RJ हेयर सलून ਤੁਹਾਨੂੰ ਪ੍ਰੋਵਾਈਡ ਕਰਦਾ ਹੈ हेयर smoothing, keratin hair smoothing, keratin treatments, hair cut, hair spas, color corrections, root retouch, highlights, balayage। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼ ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਦੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ RJ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ RJ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago, and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ RJ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵੇਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ RJ ਹੇਅਰ ਸੈਲੂਨ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਹੀ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ। ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀਏ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚੱਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸਾਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।
ਜਦੋਂ ਯੂਐਸ ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਲਈ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਕਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਤੇ ਟੈਕਸਸ ਦੇ ਨਾਲ-ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸ ਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੇ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ।